प्यारे विद्यार्थियों सत श्री अकाल। अज आपां 7वीं जमात के भूगोल का पाठ नंबर 4 वायुमंडल ਅਤੇ तापमान पढ़ांगे। जेकर किसी विद्यार्थी ने 7वीं जमात के इतिहास का पाठ नंबर 14 मुगल साम्राज्य की वीडियो नहीं देखी तो वह वीडियो भी डिस्क्रिप्शन विचों दिते गए लिंक उपर क्लिक करके जरूर देख लेना। प्यारे विद्यार्थियों, जिवें कि आपां जानते हाँ कि साडी धरती उत्ते मनुख ਅਤੇ होरां जीवां दा रहन सहन इसलिए संभव हो सकिया है क्योंकि धरती के आले दुआले हवा का गिलाफ है। हवा के इस गिलाफ नूं वायुमंडल आखदे हन। ये गिलाफ 1600 किलोमीटर तक की उचाई तक है, पर 99% हवा 32 किलोमीटर तक के घेरे विच ही है। भाव साडा जिहड़ा गिलाफ आ हवावां दा, जिवें साडे घर दे विच रजाई दे उपर गिलाफ चढ़िया हुंदा है, इवें साडी धरती के आले दुआले हवावां दा गिलाफ चढ़िया होया है। इस नूं आपां वायुमंडल आखदे हां। वायुमंडल दे तत्त जां कुदरती वातावरण के अंश। प्यारे विद्यार्थियों, साडे आले दुआले बने कुदरती वातावरण के 3 तरह के मुख अंश हैं। नंबर 1 थल मंडल। थल मंडल जमीन तो। नंबर 2 जल मंडल पानी तो। नंबर 3 वायुमंडल हवा तो। वायुमंडल की बनतर। प्यारे बच्चों, वायुमंडल विच हवा, जल वाष्प ਅਤੇ ਧੂੜ ਦੇ ਕਣ ਹੁੰਦੇ ਹਨ। ਧੂੜ कण ਅਤੇ जल वाष्प भारे होण करके वायुमंडल ਦੀਆਂ ਹੇਠਲੀਆਂ ਤਹਾਂ ਵਿੱਚ ਹੀ ਹੁੰਦੇ ਹਨ। वायुमंडल ਵਿੱਚ नाइट्रोजन ਅਤੇ ਆਕਸੀਜਨ ਗੈਸਾਂ ਦੀ ਮਾਤਰਾ 99% ਹੈ ਤੇ ਬਾਕੀ ਸਾਰੀਆਂ ਗੈਸਾਂ 1% ਤੋਂ ਵੀ ਘੱਟ ਹਨ। वायुमंडल ਦੀ ਨਿਰੋਲ ਖੁਸ਼ਕ ਹਵਾ ਵਿੱਚ ਗੈਸਾਂ ਇਸ ਤਰ੍ਹਾਂ ਹਨ। ਬੱਚਿਓ, ਸਾਡੇ वायुमंडल ਦੇ ਵਿੱਚ ਮੁੱਖ ਤੌਰ ਤੇ ਮਹੱਤਵਪੂਰਨ ਗੈਸਾਂ ਦੀ ਇਸ ਪਾਈ ਚਾਰਟ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਕਿ ਸਭ ਤੋਂ ਵੱਧ ਮਾਤਰਾ ਦੇ ਵਿੱਚ ਸਾਡੇ ਕੋਲ 78% ਨਾਈਟ੍ਰੋਜਨ ਗੈਸ ਹੈ ਅਤੇ 21% ਆਕਸੀਜਨ ਗੈਸ ਹੈ। ਕਾਰਬਨ ਡਾਈਆਕਸਾਈਡ ਅਤੇ ਹੋਰ ਗੈਸਾਂ ਲਗਭਗ 1% ਹਨ। ਵਾਯੂਮੰਡਲ ਦੀਆਂ 3 ਮਹੱਤਵਪੂਰਨ ਗੈਸਾਂ। ਪਿਆਰੇ ਵਿਦਿਆਰਥੀਓ, ਆਪਾਂ ਇਹਨਾਂ 3 ਮਹੱਤਵਪੂਰਨ ਗੈਸਾਂ ਦੇ ਬਾਰੇ ਪੜ੍ਹਾਂਗੇ। ਨੰਬਰ 1 ਨਾਈਟ੍ਰੋਜਨ। ਨਾਈਟ੍ਰੋਜਨ ਵਧੇਰੇ ਕਰਕੇ ਵਾਯੂਮੰਡਲ ਦੀਆਂ ਹੇਠਲੀਆਂ ਤਹਾਂ ਵਿੱਚ ਹੁੰਦੀ ਹੈ ਅਤੇ ਬੇਲ ਬੂਟਿਆਂ ਨੂੰ ਮਰਨ ਤੋਂ ਬਚਾਉਂਦੀ ਹੈ। ਨਾਈਟ੍ਰੋਜਨ ਦਾ ਮੁੱਖ ਕੰਮ ਹੈ ਬੇਲ ਬੂਟਿਆਂ ਨੂੰ ਮਰਨ ਤੋਂ ਬਚਾਉਣਾ। ਨੰਬਰ 2 ਆਕਸੀਜਨ। ਆਕਸੀਜਨ ਦੂਜੀ ਮਹੱਤਵਪੂਰਨ ਗੈਸ ਹੈ ਜੋ ਜੀਵ ਜੰਤੂਆਂ ਦੀ ਰੱਖਿਆ ਕਰਦੀ ਹੈ। ਨੰਬਰ 3 ਕਾਰਬਨ ਡਾਈਆਕਸਾਈਡ। ਤੀਸਰੀ ਮਹੱਤਵਪੂਰਨ ਗੈਸ ਹੈ ਕਾਰਬਨ ਡਾਈਆਕਸਾਈਡ। ਉਹ ਬੇਲ ਬੂਟਿਆਂ ਦੀ ਉਸ ਤਰ੍ਹਾਂ ਹੀ ਪਾਲਣਾ ਕਰਦੀ ਹੈ ਜਿਵੇਂ ਆਕਸੀਜਨ ਜੀਵ ਜਾਤੀ ਦੀ। ਇਹ ਧਰਤੀ ਦੇ ਆਲੇ ਦੁਆਲੇ ਇੱਕ ਕੰਬਲ ਦਾ ਕੰਮ ਕਰਦੀ ਹੈ ਅਤੇ ਵਾਯੂਮੰਡਲ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ। ਸੋ ਪਿਆਰੇ ਬੱਚਿਓ, ਆਪਾਂ ਇਸ ਤਰ੍ਹਾਂ ਦੇਖਿਆ ਕਿ ਇਹ 3 ਮਹੱਤਵਪੂਰਨ ਗੈਸਾਂ ਹਨ ਜਿਹੜੀਆਂ ਕਿ ਵਾਯੂਮੰਡਲ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪਾਉਂਦੀਆਂ ਹਨ। ਹੁਣ ਆਪਾਂ ਪੜ੍ਹਾਂਗੇ ਵਾਯੂਮੰਡਲ ਦਾ ਢਾਂਚਾ। ਸਾਡਾ ਜਿਹੜਾ ਵਾਯੂਮੰਡਲ ਹੈ ਇਹਦਾ ਨਿਰਮਾਣ ਕਿਸ ਤਰ੍ਹਾਂ ਹੋਇਆ ਹੈ ਜਾਂ ਇਹ ਕਿਸ ਤਰ੍ਹਾਂ ਦਾ ਹੈ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਇਸ ਤਸਵੀਰ ਰਾਹੀਂ ਦੇਖ ਰਹੇ ਹੋ, ਸਾਨੂੰ ਧਰਤੀ ਦੀ ਤਸਵੀਰ ਦਿਸ ਰਹੀ ਹੈ। ਇਸ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਮੰਡਲ ਜਿਹੜੇ ਆ, ਭਾਵ ਹਵਾਵਾਂ ਜਿਹੜੀਆਂ ਆ, ਉਹਨਾਂ ਨੂੰ ਦਰਸਾਇਆ ਗਿਆ ਹੈ ਔਰ ਉਹਨਾਂ ਦੇ ਵੱਖ-ਵੱਖ ਨਾਮ ਹਨ। ਵਾਯੂਮੰਡਲ ਦੇ ਵਿੱਚ ਸਾਡੇ ਕੋਲ 4 ਤਰ੍ਹਾਂ ਦੇ ਪ੍ਰਮੁੱਖ ਮੰਡਲ ਹਨ। ਨੰਬਰ 1 ਅਸ਼ਾਂਤੀ ਮੰਡਲ। ਵਾਯੂਮੰਡਲ ਦੇ ਸਭ ਤੋਂ ਹੇਠਲੀ ਪਰਤ ਨੂੰ ਅਸ਼ਾਂਤੀ ਮੰਡਲ ਆਖਦੇ ਹਨ। ਇਸ ਦੀ ਔਸਤ ਉਚਾਈ 12 ਕਿਲੋਮੀਟਰ ਹੁੰਦੀ ਹੈ। ਭੂ-ਮੱਧ ਰੇਖਾ ਉੱਤੇ ਇਸ ਦੀ ਉਚਾਈ 16 ਤੋਂ 18 ਕਿਲੋਮੀਟਰ ਅਤੇ ਧੁਵੀ ਖੇਤਰਾਂ ਵਿੱਚ 6 ਤੋਂ 8 ਕਿਲੋਮੀਟਰ ਦੇ ਲਗਭਗ ਹੁੰਦੀ ਹੈ। ਮੌਸਮ ਨਾਲ ਸੰਬੰਧਿਤ ਕਿਰਿਆਵਾਂ ਜਿਵੇਂ ਮੀਂਹ, ਹਨੇਰੀ, ਬੱਦਲ, ਤੂਫਾਨ ਆਦਿ ਇਸ ਤਹਿ ਵਿੱਚ ਹੀ ਵਾਪਰਦੇ ਹਨ। ਸਾਰੇ ਵਾਯੂਮੰਡਲ ਦੀ 75% ਹਵਾ ਇਸੇ ਪਰਤ ਵਿੱਚ ਪਾਈ ਜਾਂਦੀ ਹੈ। ਭਾਵ ਧਰਤੀ ਦਾ ਜਿਹੜਾ ਸਭ ਤੋਂ ਲਾਗੇ ਦਾ ਮੰਡਲ ਹੈ
ਜੋ ਸਾਡੀ औसत 12 ਕਿਲੋਮੀਟਰ ਦੀ ਉਚਾਈ ਤੱਕ ਹੈ। ਇਸ ਵਿੱਚ ਮੌਸਮ ਨਾਲ ਸੰਬੰਧਿਤ ਜਿੰਨੀਆਂ ਕਿਰਿਆਵਾਂ ਜਿਵੇਂ ਮੀਂਹ ਆ, ਹਨੇਰੀ ਆ, ਬੱਦਲ, ਤੂਫਾਨ, ਸਾਰਾ ਕੁਝ ਹੀ ਇੱਥੇ ਹੁੰਦਾ ਹੈ ਔਰ ਇਸ ਦੇ ਵਿੱਚ ਹੀ 75% ਜਿਹੜੀ ਹਵਾ ਪਾਈ ਜਾਂਦੀ ਹੈ। ਨੰਬਰ 2, ਸਮਤਾਪ ਮੰਡਲ। ਅਸ਼ਾਂਤੀ ਮੰਡਲ ਤੋਂ ਉੱਪਰਲੀ ਪਰਤ ਨੂੰ ਸਮਤਾਪ ਮੰਡਲ ਆਖਦੇ ਹਨ। ਇਸ ਪਰਤ ਦੀ ਔਸਤ ਉਚਾਈ ਅਤੇ ਬਿੱਥਕਾਰ ਅਨੁਸਾਰ ਬਦਲਦੀ ਰਹਿੰਦੀ ਹੈ। ਇਸ ਭਾਗ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਘੱਟ ਘਣਤਾ ਵਾਲੀ ਹਵਾ, ਨੀਵਾਂ ਪਰ ਬਰਾਬਰ ਬਣਿਆ ਰਹਿਣ ਵਾਲਾ ਤਾਪਮਾਨ ਅਤੇ ਬੱਦਲਾਂ ਦੀ ਅਣਹੋਂਦ, ਅਰਥਾਤ ਆਕਾਸ਼ ਸਾਫ਼ ਰਹਿੰਦਾ ਹੈ। ਇਸੇ ਕਰਕੇ ਹਵਾ ਦੀਆਂ ਲਹਿਰਾਂ ਨਹੀਂ ਹੁੰਦੀਆਂ। ਸਮਤਾਪ ਮੰਡਲ ਆਮ ਕਰਕੇ 50 ਤੋਂ 55 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਹਨਾਂ ਵਿਸ਼ੇਸ਼ਤਾਵਾਂ ਕਰਕੇ ਵਾਯੂਮੰਡਲ ਦਾ ਇਹ ਭਾਗ ਹਵਾਈ ਜਹਾਜ਼ਾਂ ਦੀ ਉਡਾਣ ਲਈ ਬਹੁਤ ਯੋਗ ਹੈ। ਇਸ ਭਾਗ ਵਿਚਲੀ ਓਜ਼ੋਨ ਗੈਸ ਸੂਰਜ ਤੋਂ ਆਉਣ ਵਾਲੀਆਂ ਪੈਰਾਬੈਂਗਣੀ ਕਿਰਨਾਂ ਜਿਹੜੀਆਂ ਜੀਵ ਜਗਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਸੋ ਬੱਚੋ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਮਤਾਪ ਮੰਡਲ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਮੁੱਖ ਤੌਰ 'ਤੇ ਇੱਕ ਤਾਂ ਹਵਾਈ ਜਹਾਜ਼ ਜਿਹੜੇ ਆ ਉਹ ਉਡਾਨ ਭਰਦੇ ਆ, ਦੂਸਰੇ ਨੰਬਰ 'ਤੇ ਓਜ਼ੋਨ ਗੈਸ ਜਿਹੜਾ ਸਾਡੀ ਧਰਤੀ ਦੇ ਲਈ ਰੱਖਿਆ ਦਾ ਕੰਮ ਕਰਦੀ ਹੈ ਕਿਉਂਕਿ ਸੂਰਜ ਤੋਂ ਆਉਣ ਵਾਲੀਆਂ ਖਤਰਨਾਕ ਕਿਰਨਾਂ ਜਿਹੜੀਆਂ ਜੀਵ ਜਗਤ ਦੇ ਲਈ ਹੁੰਦੀਆਂ ਹਨ, ਜੀਵ ਮੰਡਲ ਦੇ ਲਈ ਹੁੰਦੀਆਂ ਹਨ, ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਨੰਬਰ 3, ਮੱਧਵਰਤੀ ਮੰਡਲ। ਸਮਤਾਪ ਮੰਡਲ ਦੀ ਉਤਲੀ ਵਾਯੂਮੰਡਲ ਦੀ ਪਰਤ ਨੂੰ ਮੱਧਵਰਤੀ ਮੰਡਲ ਆਖਦੇ ਹਨ। ਇਹ ਤੈਅ 50 ਤੋਂ 80 ਕਿਲੋਮੀਟਰ ਤੱਕ ਫੈਲੀ ਹੋਈ ਹੈ। ਇਸ ਪਰਤ ਵਿੱਚ ਉਚਾਈ ਨਾਲ ਤਾਪਮਾਨ ਘਟਦਾ ਜਾਂਦਾ ਹੈ ਅਤੇ ਵਾਯੂਮੰਡਲ ਦੇ 80 ਕਿਲੋਮੀਟਰ 'ਤੇ -90 ਡਿਗਰੀ ਸੈਲਸੀਅਸ ਹੋ ਜਾਂਦਾ ਹੈ। ਇਸ ਸੀਮਾ ਤੋਂ ਅੱਗੇ ਤਾਪਮਾਨ ਉੱਪਰ ਵੱਲ ਨੂੰ ਫਿਰ ਵਧਣਾ ਸ਼ੁਰੂ ਹੋ ਜਾਂਦਾ ਹੈ। ਭਾਵ ਇਹ ਜਿਹੜਾ ਮੰਡਲ ਹੈ ਇਹ 80 ਕਿਲੋਮੀਟਰ ਤੱਕ ਉੱਪਰ ਨੂੰ ਫੈਲਿਆ ਹੋਇਆ ਹੈ। ਇਸ ਵਿੱਚ ਤਾਪਮਾਨ ਜਿਹੜਾ ਆ ਉਹ ਘਟਦਾ ਰਹਿੰਦਾ ਹੈ। 80 ਕਿਲੋਮੀਟਰ 'ਤੇ ਜਾ ਕੇ -90 ਡਿਗਰੀ ਸੈਲਸੀਅਸ ਜਿਹੜਾ ਹੋ ਜਾਂਦਾ ਹੈ। ਇਸ ਤੋਂ ਅਗਲੀ ਮੰਡਲ ਹੈ ਤਾਪ ਮੰਡਲ। ਮੱਧਵਰਤੀ ਸੀਮਾ ਤੋਂ ਉੱਪਰ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਇਸ ਪਰਤ ਨੂੰ ਤਾਪ ਮੰਡਲ ਆਖਦੇ ਹਨ। ਇਸ ਮੰਡਲ ਵਿੱਚ ਗੈਸਾਂ ਬਹੁਤ ਘੱਟ ਮਾਤਰਾ ਵਿੱਚ ਹਨ। ਤਾਪ ਮੰਡਲ ਵਿਚਲੀ ਸਭ ਤੋਂ ਹੇਠਲੀ ਪਰਤ ਜੋ ਕਿ ਵਾਯੂਮੰਡਲ ਦੇ 100 ਕਿਲੋਮੀਟਰ ਤੋਂ 300 ਕਿਲੋਮੀਟਰ ਤੱਕ ਦੀ ਉਚਾਈ ਤੱਕ ਹੈ। ਇਸ ਮੰਡਲ ਵਿੱਚ ਬਹੁਤ ਬਿਜਲਈ ਅਣੂ ਪਾਏ ਜਾਂਦੇ ਹਨ ਜਿਹੜੇ ਰੇਡੀਓ ਤਰੰਗਾਂ ਨੂੰ ਧਰਤੀ 'ਤੇ ਵਾਪਸ ਮੁੜਨ ਵਿੱਚ ਸਹਾਇਤਾ ਕਰਦੇ ਹਨ। ਇਹਨਾਂ ਦੇ ਆਧਾਰ 'ਤੇ ਹੀ ਵਾਇਰਲੈਸ ਸੰਚਾਰ ਪ੍ਰਣਾਲੀ ਕੰਮ ਕਰਦੀ ਹੈ। ਸੋ ਇਸ ਮੰਡਲ ਦੀ ਆਪਣੀ ਵਿਸ਼ੇਸ਼ਤਾ ਹੈ। ਇਸ ਵਿੱਚ ਬਿਜਲਈ ਅਣੂ ਹੋਣ ਕਰਕੇ ਰੇਡੀਓ ਤਰੰਗਾਂ ਜਿਹੜੀਆਂ ਵਾਪਸ ਧਰਤੀ 'ਤੇ ਮੁੜ ਕੇ ਆਉਂਦੀਆਂ ਹਨ ਅਤੇ ਸਾਡਾ ਜਿੰਨਾ ਵਾਇਰਲੈਸ ਸੰਚਾਰ ਹੈ ਉਹ ਸਾਰਾ ਇਸ ਮੰਡਲ ਦੇ ਆਧਾਰ 'ਤੇ ਹੀ ਕੰਮ ਕਰਦਾ ਹੈ। ਸੋ ਪਿਆਰੇ ਬੱਚਿਓ, ਇਹ ਸਨ ਵਾਯੂਮੰਡਲ ਦੇ ਨਾਲ ਜੁੜੀ ਹੋਈ ਅਹਿਮ ਜਾਣਕਾਰੀ। ਹੁਣ ਆਪਾਂ ਇਸੇ ਪਾਠ ਦਾ ਅਗਲਾ ਹਿੱਸਾ ਤਾਪਮਾਨ ਉਸ ਬਾਰੇ ਪੜ੍ਹਾਂਗੇ। ਤਾਪਮਾਨ ਤੋਂ ਭਾਵ ਹੈ ਹਵਾ ਵਿਚਲੀ ਗਰਮੀ। ਹਵਾ ਵਿਚਲੀ ਗਰਮੀ ਨੂੰ ਉਸ ਦਾ ਤਾਪਮਾਨ ਕਿਹਾ ਜਾਂਦਾ ਹੈ। ਹਵਾ ਦੇ ਤਾਪਮਾਨ ਵਾਂਗ ਕਿਸੇ ਵਸਤੂ ਜਾਂ ਜੀਵ ਅੰਦਰਲੀ ਗਰਮੀ ਨੂੰ ਵੀ ਤਾਪਮਾਨ ਆਖਦੇ ਹਨ ਔਰ ਤਾਪਮਾਨ ਵੱਧਦਾ ਘਟਦਾ ਰਹਿੰਦਾ ਹੈ। ਰਾਤ ਅਤੇ ਦਿਨ ਦੇ ਤਾਪਮਾਨ ਵਿੱਚ ਵੀ ਅੰਤਰ ਹੁੰਦਾ ਹੈ। ਇਸੇ ਪ੍ਰਕਾਰ ਮੌਸਮ ਮੁਤਾਬਕ ਤਾਪਮਾਨ ਬਦਲਦਾ ਹੈ। ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਇੱਕ ਸਮੇਂ 'ਤੇ ਅਲੱਗ-ਅਲੱਗ ਤਾਪਮਾਨ ਹੁੰਦਾ ਹੈ। ਧਰਤੀ ਨੂੰ ਤਾਪਮਾਨ ਦੇਣ ਵਾਲੇ ਸਿਰਫ 2 ਸੋਮੇ ਹਨ, ਸੂਰਜ ਅਤੇ ਧਰਤੀ ਦਾ ਅੰਤਰੀਵ। ਭਾਵ ਧਰਤੀ 'ਤੇ ਤਾਪਮਾਨ ਦੇ ਜਿਹੜੇ ਮੁੱਖ ਸੋਮੇ ਆ ਉਹ ਕਿਹੜੇ ਆ? ਇੱਕ ਤਾਂ ਸੂਰਜ ਹੈ ਔਰ ਦੂਸਰਾ ਧਰਤੀ ਦਾ ਅੰਤਰੀਵ ਭਾਵ ਅੰਦਰਲਾ ਤਾਪਮਾਨ। ਇਹਨਾਂ ਵਿੱਚੋਂ ਸੂਰਜ ਦੀ ਮਹੱਤਤਾ ਵਧੇਰੇ ਹੈ। ਸੂਰਜ ਵਿੱਚੋਂ ਮਿਲਣ ਵਾਲੀ ਗਰਮੀ ਪਹਿਲਾਂ ਧਰਤੀ ਨੂੰ ਗਰਮ ਕਰਦੀ ਹੈ, ਫਿਰ ਵਾਯੂਮੰਡਲ ਗਰਮ ਹੁੰਦਾ ਹੈ। ਉਹ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਧਰਤੀ ਦਾ ਤਾਪਮਾਨ ਜਿਹੜਾ ਆ ਉਹ ਸੂਰਜ ਤੋਂ ਵਧੇਰੇ ਜਿਹੜਾ ਪ੍ਰਾਪਤ ਹੁੰਦਾ ਹੈ। ਤਾਪਮਾਨ ਨੂੰ ਮਾਪਣ ਲਈ 2 ਪੈਮਾਨੇ ਵਰਤੇ ਜਾਂਦੇ ਹਨ, ਇੱਕ ਸੈਲਸੀਅਸ ਅਤੇ ਦੂਸਰਾ ਫਾਰਨਹੀਟ। ਸੈਲਸੀਅਸ ਪੈਮਾਨੇ ਮੁਤਾਬਕ ਪਾਣੀ 0 ਡਿਗਰੀ 'ਤੇ ਜੰਮ ਜਾਂਦਾ ਹੈ ਅਤੇ ਫਾਰਨਹੀਟ ਪੈਮਾਨੇ 'ਤੇ 32 ਡਿਗਰੀ 'ਤੇ ਜੰਮਦਾ ਹੈ। ਸੈਲਸੀਅਲ ਪੈਮਾਨੇ ਮੁਤਾਬਕ ਪਾਣੀ 100 ਡਿਗਰੀ 'ਤੇ ਉਬਲਦਾ ਹੈ ਅਤੇ ਫਾਰਨਹੀਟ ਪੈਮਾਨੇ 'ਤੇ 212 ਡਿਗਰੀ 'ਤੇ ਉਬਲਦਾ ਹੈ। ਉਹ ਪਿਆਰੇ ਵਿਦਿਆਰਥੀਓ, ਤੁਸੀਂ ਇਸ ਤਸਵੀਰ ਦੇ ਵਿੱਚ ਦੇਖੋਗੇ
ਸਾਡੇ ਕੋਲ ਦੋਨੇ ਤਰ੍ਹਾਂ ਦੇ ਪੈਮਾਨੇ ਹਨ। ਸੈਲਸੀਅਸ ਪੈਮਾਨਾ ਜਿਹਨੂੰ ਡਿਗਰੀ ਸੀ ਦੇ ਨਾਲ ਅੰਕਿਤ ਕੀਤਾ ਗਿਆ ਹੈ ਅਤੇ ਫਾਰਨਹੀਟ ਪੈਮਾਨਾ ਜਿਹਨੂੰ ਡਿਗਰੀ ਐਫ ਦੇ ਨਾਲ ਅੰਕਿਤ ਕੀਤਾ ਗਿਆ ਹੈ। ਇਸ ਵਿੱਚ ਸਪਸ਼ਟ ਤੌਰ ਤੇ ਦਿਖਾਇਆ ਗਿਆ ਹੈ ਕਿ ਪਾਣੀ ਜਿਹੜਾ ਆ ਉਹ 0 ਸੈਲਸੀਅਸ ਪੈਮਾਨੇ ਵਿੱਚ 100 ਡਿਗਰੀ ਤੇ ਉਬਲਦਾ ਹੈ, ਜਦ ਕਿ ਫਾਰਨਹੀਟ ਵਿੱਚ 212 ਡਿਗਰੀ ਤੇ, ਔਰ ਜੰਮਦਾ ਹੈ ਪਾਣੀ 0 ਡਿਗਰੀ ਤੇ ਸੈਲਸੀਅਸ ਵਿੱਚ ਔਰ 32 ਡਿਗਰੀ ਤੇ ਫਾਰਨਹੀਟ ਪੈਮਾਨੇ ਦੇ ਵਿੱਚ। ਸੋ ਇਸ ਤਸਵੀਰ ਨੂੰ ਦੇਖ ਕੇ ਤੁਸੀਂ ਇਹਨਾਂ ਪੈਮਾਨਿਆਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਤੋਂ ਅੱਗੇ ਆਪਾਂ ਪੜਾਂਗੇ ਤਾਪਮਾਨ ਉੱਤੇ ਅਸਰ ਪਾਉਣ ਵਾਲੇ ਤੱਤ। ਭਾਵ ਸਾਡੇ ਕੋਲ ਜਿਹੜਾ ਧਰਤੀ ਦੇ ਉੱਤੇ ਤਾਪਮਾਨ ਹੈ ਇਹ ਕਿਹਨਾਂ ਕਾਰਨਾਂ ਕਰਕੇ ਵੱਧਦਾ ਘਟਦਾ ਹੈ, ਜਾਂ ਕਿਹੜੇ ਅਜਿਹੇ ਤੱਤ ਹਨ ਜਿਹੜੇ ਇਸ ਨੂੰ ਪ੍ਰਭਾਵਿਤ ਕਰਦੇ ਹਨ। ਨੰਬਰ 1, ਭੂ-ਮੱਧ ਰੇਖਾ ਤੋਂ ਦੂਰੀ। ਕਿਸੇ ਜਗ੍ਹਾ ਦਾ ਤਾਪਮਾਨ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉੱਥੇ ਕਿੰਨਾ ਸੂਰਜੀ ਤਾਪ ਪ੍ਰਾਪਤ ਹੁੰਦਾ ਹੈ। ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਕਰਕੇ ਤਾਪਮਾਨ ਜ਼ਿਆਦਾ ਹੁੰਦਾ ਹੈ। ਜਿਉਂ-ਜਿਉਂ ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਹਾਂ ਤਾਪਮਾਨ ਘਟਦਾ ਜਾਂਦਾ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਧਰੁਵਾਂ 'ਤੇ ਟੇਢੀਆਂ ਹੋ ਜਾਂਦੀਆਂ ਹਨ ਅਤੇ ਭੂ-ਮੱਧ ਰੇਖਾ ਉੱਪਰ ਸਿੱਧੀਆਂ ਪੈਂਦੀਆਂ ਹਨ। ਇਸ ਕਰਕੇ ਭੂ-ਮੱਧ ਰੇਖਾ ਉੱਪਰ ਹਮੇਸ਼ਾ ਹੀ ਤਾਪਮਾਨ ਉੱਚਾ ਰਹਿੰਦਾ ਹੈ, ਭਾਵ ਗਰਮੀ ਵਾਲਾ ਰਹਿੰਦਾ ਹੈ। ਇਸ ਤੋਂ ਅੱਗੇ ਨੰਬਰ 2 ਉੱਪਰ ਜਿਹੜਾ ਤੱਤ ਸਾਡੇ ਤਾਪਮਾਨ 'ਤੇ ਅਸਰ ਪਾਉਂਦਾ ਹੈ, ਪ੍ਰਭਾਵਿਤ ਕਰਦਾ ਹੈ, ਉਹ ਹੈ ਸਮੁੰਦਰ ਤਲ ਤੋਂ ਉਚਾਈ। ਜਿਉਂ-ਜਿਉਂ ਅਸੀਂ ਉੱਪਰ ਵੱਲ ਜਾਂਦੇ ਹਾਂ ਤਾਪਮਾਨ ਘਟਦਾ ਜਾਂਦਾ ਹੈ। ਉਚਾਈ ਦੇ ਨਾਲ ਤਾਪਮਾਨ ਘਟਣ ਦਾ ਕਾਰਨ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਗਰਮੀ ਹੈ, ਜੋ ਕਿ ਪਹਿਲਾਂ ਧਰਤੀ ਨੂੰ ਗਰਮ ਕਰਦੀ ਹੈ, ਫਿਰ ਵਾਯੂਮੰਡਲ ਗਰਮ ਹੁੰਦਾ ਹੈ। ਇਸ ਲਈ ਧਰਤੀ ਦੀ ਸਤ੍ਹਾ ਦੇ ਨੇੜੇ ਦਾ ਵਾਯੂਮੰਡਲ ਜ਼ਿਆਦਾ ਗਰਮ ਹੋ ਜਾਂਦਾ ਹੈ ਤੇ ਉੱਪਰ ਵਾਲਾ ਘੱਟ। ਇਹੀ ਕਾਰਨ ਹੈ ਕਿ ਜਦੋਂ ਅਸੀਂ ਪਹਾੜਾਂ ਵੱਲ ਉੱਪਰ ਜਾਂਦੇ ਹਾਂ ਤਾਂ ਤਾਪਮਾਨ ਘਟਦਾ ਜਾਂਦਾ ਹੈ। ਨੰਬਰ 3, ਸਮੁੰਦਰ ਤੋਂ ਦੂਰੀ। ਸਮੁੰਦਰ ਦੇ ਨੇੜਲੀਆਂ ਥਾਵਾਂ 'ਤੇ ਤਾਪਮਾਨ ਨਾ ਹੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਨਾ ਹੀ ਬਹੁਤ ਘੱਟ, ਪਰ ਜਿਉਂ ਹੀ ਅਸੀਂ ਸਮੁੰਦਰ ਤੋਂ ਦੂਰ ਜਾਂਦੇ ਹਾਂ ਤਾਂ ਤਾਪਮਾਨ ਵਖਰੇਵਾਂ ਵੱਧਦਾ ਜਾਂਦਾ ਹੈ। ਧਰਾਤਲ ਦੇ ਮੁਕਾਬਲੇ ਪਾਣੀ ਦੇਰ ਨਾਲ ਗਰਮ ਤੇ ਦੇਰ ਨਾਲ ਠੰਡਾ ਹੁੰਦਾ ਹੈ, ਇਸ ਲਈ ਸਮੁੰਦਰਾਂ ਦੇ ਨੇੜੇ ਤਾਪਮਾਨ ਸੰਜਮੀ ਰਹਿੰਦਾ ਹੈ। ਸੰਜਮੀ ਤਾਪਮਾਨ ਤੋਂ ਭਾਵ ਤਾਪਮਾਨ ਸਮ, ਭਾਵ ਨਾ ਬਹੁਤੀ ਗਰਮੀ ਹੁੰਦੀ ਹੈ ਔਰ ਨਾ ਬਹੁਤੀ ਸਰਦੀ। ਨੰਬਰ 4, ਧਰਤੀ ਤੇ ਸਤ੍ਹਾ ਦੀ ਕਿਸਮ। ਜ਼ਮੀਨ 'ਤੇ ਕਿਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ? ਧਰਤੀ ਦੀ ਸਤ੍ਹਾ 'ਤੇ ਬਰਫ਼ ਜੰਮੀ ਹੋਈ ਹੈ, ਜਾਂ ਖੁਸ਼ਕ ਮਾਰੂਥਲ ਹੈ, ਜਾਂ ਸੰਘਣੇ ਜੰਗਲਾਂ ਨਾਲ ਢੱਕੀ ਹੋਈ ਹੈ। ਆਦਿ ਤੱਤ ਤਾਪਮਾਨ ਦੀ ਵੰਡ ਉੱਤੇ ਅਸਰ ਪਾਉਂਦੇ ਹਨ। ਜਿੱਥੇ ਬਰਫ਼ ਜੰਮੀ ਹੁੰਦੀ ਹੈ, ਸੂਰਜ ਵੱਲੋਂ ਆਉਣ ਵਾਲੀ ਗਰਮੀ ਪਰਾਵਰਤਿਤ ਹੋ ਜਾਂਦੀ ਹੈ ਤੇ ਧਰਤੀ ਦਾ ਤਾਪਮਾਨ ਘੱਟ ਹੀ ਰਹਿੰਦਾ ਹੈ। ਖੁਸ਼ਕ ਮਾਰੂਥਲਾਂ ਵਿੱਚ ਤਾਪਮਾਨ ਦਿਨ ਵੇਲੇ ਜ਼ਿਆਦਾ ਹੁੰਦਾ ਹੈ, ਕਿਉਂਕਿ ਰੇਤ ਜਲਦੀ ਗਰਮ ਹੋ ਜਾਂਦੀ ਹੈ। ਜਿੱਥੇ ਸੰਘਣੇ ਜੰਗਲ ਹੁੰਦੇ ਹਨ, ਉੱਥੇ ਵੀ ਧਰਤੀ ਦਾ ਤਾਪਮਾਨ ਜ਼ਿਆਦਾ ਨਹੀਂ ਵੱਧਦਾ। ਸੋ ਪਿਆਰੇ ਬੱਚਿਓ, ਧਰਤੀ ਦੀ ਸਤ੍ਹਾ 'ਤੇ ਕਿਸ ਤਰ੍ਹਾਂ ਦੀ ਬਨਸਪਤੀ ਹੈ, ਕਿਸ ਤਰ੍ਹਾਂ ਦਾ ਉੱਥੇ ਦਰਖਤ ਜਾਂ ਜੰਗਲ ਜਾਂ ਬਰਫ਼ ਜੰਮੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਉੱਥੇ ਦੇ ਤਾਪਮਾਨ ਉੱਪਰ ਪੈਂਦਾ ਹੈ। ਨੰਬਰ 5, ਢਲਾਣਾਂ ਦਾ ਰੁੱਖ। ਜੇ ਢਲਾਣਾਂ ਦਾ ਰੁੱਖ ਸੂਰਜ ਵਾਲੇ ਪਾਸੇ ਹੋਵੇਗਾ ਤਾਂ ਉਹ ਜ਼ਿਆਦਾ ਗਰਮ ਹੋਣਗੀਆਂ। ਜਿਹੜੀਆਂ ਢਲਾਣਾਂ ਸੂਰਜ ਤੋਂ ਉਲਟ ਦਿਸ਼ਾ ਵੱਲ ਹੁੰਦੀਆਂ ਹਨ, ਉੱਥੇ ਸੂਰਜ ਦੀਆਂ ਕਿਰਨਾਂ ਟੇਢੀਆਂ ਪੈਂਦੀਆਂ ਹਨ, ਇਸ ਲਈ ਉਹ ਘੱਟ ਗਰਮ ਹੁੰਦੀਆਂ ਹਨ। ਭਾਵ ਧਰਤੀ, ਕਿਉਂਕਿ ਸਾਡੀ ਧਰਤੀ ਜਿਹੜੀ ਆ ਬਿਲਕੁਲ ਪੱਧਰੀ ਨਹੀਂ ਹੈਗੀ, ਇੱਥੇ ਬਹੁਤ ਤਰ੍ਹਾਂ ਦੀਆਂ ਢਲਾਣਾਂ ਬਣੀਆਂ ਹੋਈਆਂ ਹਨ, ਅਤੇ ਜਿਹੜੀਆਂ ਢਲਾਣਾਂ ਸੂਰਜ ਵੱਲ ਹੈਗੀਆਂ ਉੱਥੇ ਜਿਹੜਾ ਤਾਪਮਾਨ ਜ਼ਿਆਦਾ ਹੋਵੇਗਾ, ਅਤੇ ਸੂਰਜ ਤੋਂ ਦੂਸਰੇ ਪਾਸੇ ਉਲਟ ਦਿਸ਼ਾ ਵਿੱਚ ਜਿਹੜੀਆਂ ਉੱਥੇ ਤਾਪਮਾਨ ਕੁਦਰਤੀ ਤੌਰ 'ਤੇ ਘੱਟ ਹੋਏਗਾ। ਨੰਬਰ 6, ਬੱਦਲਵਾਈ ਅਤੇ ਵਰਖਾ। ਜਦੋਂ ਆਕਾਸ਼ ਵਿੱਚ ਬੱਦਲ ਛਾਏ ਹੁੰਦੇ ਹਨ ਤਾਂ ਸੂਰਜ ਦੀ ਗਰਮੀ ਧਰਤੀ ਉੱਤੇ ਪਹੁੰਚਣ ਤੋਂ ਪਹਿਲਾਂ ਬੱਦਲਾਂ ਵਿੱਚ ਜਜ਼ਬ ਹੋ ਜਾਂਦੀ ਹੈ। ਨਤੀਜੇ ਵਜੋਂ ਧਰਤੀ ਦਾ ਤਾਪਮਾਨ ਨੀਵਾਂ ਰਹਿੰਦਾ ਹੈ। ਵਰਖਾ ਪੈਣ ਪਿੱਛੋਂ ਆਮ ਤੌਰ 'ਤੇ ਤਾਪਮਾਨ ਘੱਟ ਜਾਂਦਾ ਹੈ, ਕਿਉਂਕਿ ਵਰਖਾ ਤੋਂ ਬਾਅਦ ਹਵਾ ਵਿੱਚ ਜਲ ਵਾਸ਼ਪ ਵੱਧ ਜਾਂਦੇ ਹਨ। ਇਹ ਜਲ ਵਾਸ਼ਪ ਬਹੁਤ ਸਾਰੀ ਗਰਮੀ ਨੂੰ ਜਜ਼ਬ ਕਰ ਲੈਂਦੇ ਹਨ। ਸੋ ਪਿਆਰੇ ਬੱਚੋ, ਜਿਵੇਂ ਆਪਾਂ ਦੇਖਦੇ ਹਾਂ ਕਿ ਆਮ ਤੌਰ 'ਤੇ ਜਦੋਂ ਬੱਦਲ ਹੁੰਦਾ ਹੈ ਗਰਮੀਆਂ ਦੇ ਵਿੱਚ ਤਾਂ ਮੌਸਮ ਜਿਹੜਾ ਆ ਉਹ ਬਿਲਕੁਲ ਸਹੀ ਹੋ ਜਾਂਦਾ ਹੈ ਜਾਂ ਠੰਡਾ ਹੋ ਜਾਂਦਾ ਹੈ। ਇਸ ਦਾ ਇਹੀ ਕਾਰਨ ਹੈ ਕਿ ਬਹੁਤ ਸਾਰਾ ਜਿਹੜਾ ਤਾਪ ਆ ਸੂਰਜ ਤੋਂ ਨਿਕਲਣ ਵਾਲਾ ਉਹ ਬੱਦਲਾਂ ਦੇ ਵਿੱਚ ਜਜ਼ਬ ਹੋ ਜਾਂਦਾ ਹੈ। ਸੋ ਪਿਆਰੇ ਬੱਚਿਓ, ਇਹ ਸਨ ਤਾਪਮਾਨ ਉੱਪਰ ਅਸਰ ਪਾਉਣ ਵਾਲੇ ਮੁੱਖ ਤੱਤ। ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।